ਅੱਜ ਗੱਲ ਕਰਦੇ ਹਾਂ ਅਮਰੀਕਾ ਦੀ। ਕਹਾਣੀ ਅਜਿਹੀ ਹੈ ਜਿਹਦੇ ਵਿੱਚ ਸ਼ਾਇਦ ਕਿਸੇ ਨਾ ਕਿਸੇ ਦੀ ਜ਼ਿੰਦਗੀ ਵਿੱਚ ਅਜਿਹਾ ਮੌਕਾ ਜ਼ਰੂਰ ਆਏਗਾ ਤੇ ਉਹਨੂੰ ਉਹਦੇ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲਣਾ। ਗੱਲ ਇੱਕ ਬਿਜ਼ਨਸਮੈਨ ਦੀ ਹੈ। ਅਸਲ ਘਟਨਾ ਜਿਸ ਦੇ ਉੱਤੇ ਆਧਾਰਿਤ ਅੱਜ ਦੀ ਕਹਾਣੀ ਸੁਣਾਉਣ ਲੱਗੀ ਹਾਂ। ਉਹ ਬਿਜ਼ਨਸਮੈਨ ਨੂੰ ਇੰਨਾ ਕੁ ਘਾਟਾ ਪਿਆ ਕਿ ਉਹਨੂੰ ਕੁਛ ਸਮਝ ਹੀ ਨਹੀਂ ਆਇਆ, ਕਰਾਂ ਤਾਂ ਕੀ ਕਰਾਂ। ਦੋਸਤਾਂ ਵੱਲ ਗਿਆ, ਰਿਸ਼ਤੇਦਾਰੀ ਵੱਲ ਵੀ ਗਿਆ, ਫਿਰ ਕਿਸੇ ਹੋਰ ਆਂਢ ਗੁਆਂਢ ਜਿੱਥੋਂ ਵੀ ਜਾ ਸਕਦਾ ਸੀ ਹਰ ਕੋਲ ਤਰਲੇ ਕੀਤੇ, ਮਿੰਨਤ ਕੀਤੀ, ਕੁਝ ਤਾਂ ਮਦਦ ਕਰੋ, ਪਰ ਕੋਈ ਅਗਾਂਹ ਨਹੀਂ ਆਇਆ। ਜਦੋਂ ਕੋਈ ਚਾਰਾ ਨਾ ਦਿਸਿਆ, ਕਰਜ਼ਈ ਵੀ ਹੋ ਗਿਆ। ਫਿਰ ਸੋਚਣ ਲੱਗਿਆ ਮੇਰੇ ਜੀਣ ਦਾ ਫਾਇਦਾ ਹੀ ਕੀ ਹੈ। ਸੋ ਉਸਨੇ ਫੈਸਲਾ ਕਰ ਲਿਆ ਕਿ ਮੈਂ ਖੁਦਕੁਸ਼ੀ ਕਰਨੀ ਹੈ। ਤੁਰ ਪਿਆ, ਘਰ ਨੂੰ ਲਾਇਆ ਜੰਦਰਾ ਤੇ ਨਿਕਲ ਪਿਆ। ਰਾਹ ਦੇ ਵਿੱਚ ਲੰਘਦਾ ਜਾਂਦਾ ਸੀ, ਬਹੁਤ ਖੂਬਸੂਰਤ ਬਾਗ ਦਿਸਿਆ। ਬੜੇ ਸੋਹਣੇ ਫੁੱਲ ਖਿੜੇ ਸਨ, ਹਰੀ ਹਰੀ ਕੂਲੀ ਘਾਹ ਤੇ ਹਵਾ ਵੀ ਬਹੁਤ ਖੂਬਸੂਰਤ ਚੱਲ ਰਹੀ ਸੀ। ਉਹਨੇ ਸੋਚਿਆ ਮਰਨ ਤਾਂ ਚੱਲਿਆ ਹੀ ਆ, ਕੁਝ ਪਲ ਸਿਰਫ ਇੱਥੇ ਕੋਨੇ ਤੇ ਬੈਂਚ ਪਿਆ ਏ ਉਸੇ ਹੀ ਬਾਗ ਦੇ ਵਿੱਚ, ਕੁਝ ਪਲ ਬੈਠ ਜਾਣਾ। ਬਹਿ ਗਿਆ ਤੇ ਫਿਰ ਕੋਸਣ ਲੱਗਿਆ ਰੱਬ ਨੂੰ, ਮੇਰੇ ਨਾਲ ਹੀ ਕਿਉਂ? ਕੀ ਦੁਸ਼ਮਣੀ ਹੈ ਮੇਰੇ ਨਾਲ ਰੱਬ ਦੀ? ਕਿਉਂ ਆਖਰ ਕਿਉਂ ਸਿਰਫ ਮੇਰੇ ਨਾਲ ਹੀ ਇਹ ਹੋਇਆ? ਇਹ ਸੋਚਦਾ ਕੋਸਦਾ ਹੀ ਪਿਆ ਸੀ ਕਿ ਰੱਬ ਤੂੰ ਹੈ ਹੀ ਨਹੀਂ, ਤੂੰ ਤਾਂ ਮੇਰੇ ਲਈ ਤਾਂ ਬਿਲਕੁਲ ਹੀ ਨਹੀਂ। ਪਤਾ ਨਹੀਂ ਕਿੰਨਾ ਕੁ ਕੁਛ ਕਬੂਲ ਵੀ ਬੋਲਿਆ, ਅਜੇ ਸ਼ਾਇਦ ਹੋਰ ਵੀ ਕੁਛ ਬੋਲ ਪੈਂਦਾ ਕਿ ਅਚਾਨਕ ਉਹਦੇ ਕਿਸੇ ਨੇ ਆ ਕੇ ਮੋਢੇ ਤੇ ਇਸ ਤਰੀਕੇ ਹੱਥ ਰੱਖ ਦਿੱਤਾ। ਇੱਕਦਮ ਘਬਰਾ ਕੇ ਉਸ ਮੁੜਿਆ ਤੇ ਵੇਖਿਆ ਕੌਣ ਹੈ। ਉੱਥੇ ਇੱਕ ਬਜ਼ੁਰਗ ਬੰਦਾ ਖੜਾ ਸੀ, ਚਿਹਰਾ ਨੂਰ ਭਰਿਆ, ਮੁਸਕਰਾਉਂਦਾ, ਤੇ ਉਹਦੇ ਵੱਲ ਵੇਖ ਕੇ ਕਹਿਣ ਲੱਗਾ, ਇੰਨਾ ਉਦਾਸ ਕਿਉਂ ਹੈ? ਉਹ ਤੇ ਅੱਗੇ ਹੀ ਕੋਸਦਾ ਫਿਰਦਾ ਸੀ ਰੱਬ ਨੂੰ। ਉਹਨੇ ਕਿਹਾ, ਤੂੰ ਕੀ ਲੈਣਾ ਦੇਣਾ? ਜੋ ਵੀ ਹੈ ਮੇਰੇ ਨਾਲ ਹੀ ਵਾਪਰਿਆ, ਤੂੰ ਤੇ ਖੁਸ਼ ਦਿਸਦਾ, ਤੂੰ ਜਾ ਆਪਣੇ ਰਾਹ। ਉਹ ਬੰਦਾ ਉਸੇ ਤਰ੍ਹਾਂ ਹੀ ਕੋਲ ਖੜਾ ਮੁਸਕਰਾਉਂਦਾ ਰਿਹਾ। ਦੱਸ ਤਾਂ ਸਹੀ, ਤਕਲੀਫ ਕੀ ਹੈ? ਬੰਦਾ ਅਖੀਰ ਖਿਝ ਕੇ ਬੋਲਿਆ, ਮੈਂ ਤਾਂ ਖੁਦਕੁਸ਼ੀ ਕਰਨ ਚੱਲਿਆ, ਮਰਨ ਚੱਲਿਆ। ਉਹ ਬਜ਼ੁਰਗ ਉੱਥੇ ਹੀ ਖੜਾ ਫਿਰ ਉਹਦੇ ਵੱਲ ਝਾਕਦਾ ਰਿਹਾ। ਕਿਉਂ ਕਰਨ ਚੱਲਿਆ? ਇਹ ਖਿਝਿਆ ਬੈਠਾ ਸੀ। ਤੈਨੂੰ ਕੀ? ਮੈਂ ਮਰਨ ਚੱਲਿਆ, ਤੂੰ ਕਿਉਂ ਵਿੱਚ ਇਸ ਤਰ੍ਹਾਂ ਅੜਚਣਾ ਪਾਉਣਾ? ਮੇਰੇ ਕੋਲ ਕੁਝ ਵੀ ਨਹੀਂ, ਕੁਛ ਨਹੀਂ ਬਚਿਆ, ਕੋਈ ਰਾਹ ਵੀ ਨਹੀਂ ਬਚਿਆ। ਮੈਨੂੰ ਤਾਂ ਮਜਬੂਰ ਹੋ ਕੇ ਮਰਨਾ ਹੀ ਪੈਣਾ। ਕੋਲ ਖੜਾ ਬੰਦਾ ਉਹਨੂੰ ਕਹਿਣ ਲੱਗਿਆ, ਬਸ ਇੰਨੀ ਕੀ ਗੱਲ ਸੀ? ਸਿਰਫ ਇੰਨੀ ਕੁ ਗੱਲ? ਬੰਦਾ ਹੈਰਾਨ ਹੋ ਕੇ ਤੇ ਕੁਝ ਗੁੱਸੇ ਜਿਹੇ ਨਾਲ ਉਹਦੇ ਵੱਲ ਝਾਕਣ ਲੱਗਿਆ। ਤੈਨੂੰ ਇੰਨੀ ਕੀ ਗੱਲ ਲੱਗਦੀ? ਤੇ ਉਹ ਬੰਦੇ ਨੇ ਆਪਣੀ ਜੇਬ ਚੋਂ, ਬਜ਼ੁਰਗ ਜਿਹੜਾ ਖੜਾ ਸੀ, ਚੈੱਕ ਬੁੱਕ ਕੱਢੀ ਤੇ ਉਹਦੇ ਉੱਤੇ ਇੱਕ ਚੈੱਕ ਤੇ ਕੁਛ ਲਿਖਿਆ ਤੇ ਉੱਥੇ ਸਾਈਨ ਕਰ ਦਿੱਤੇ। ਕਹਿਣ ਲੱਗਾ, ਜੇ ਸਿਰਫ ਪੈਸਿਆਂ ਦੀ ਗੱਲ ਏ ਤਾਂ ਇਹ ਚੈੱਕ ਫੜ। ਇਸ ਚੈੱਕ ਦੇ ਉੱਤੇ $1,00,000 ਦੀ ਰਕਮ ਮੈਂ ਭਰੀ ਤੇ ਫਿਰ ਹੇਠਾਂ ਉਸਨੇ ਆਪਣੇ ਸਾਈਨ ਕੀਤੇ ਤੇ ਉਹਨੂੰ ਫੜਾ ਦਿੱਤਾ। ਉਹ ਬੰਦਾ ਰਤਕ ਹੈਰਾਨ ਹੋਇਆ ਤੇ ਫਿਰ ਉਹਨੇ ਲੱਗਿਆ ਸ਼ਾਇਦ ਕੋਝਾ ਮਜ਼ਾਕ ਕਰ ਰਿਹਾ। ਮੈਂ ਜਾਣਦਾ ਨਹੀਂ, ਪਛਾਣਦਾ ਨਹੀਂ, ਐਵੇਂ ਹੀ ਰਾਹ ਤੁਰਿਆ। $1,00,000 ਕੋਈ ਮਜ਼ਾਕ ਏ? ਚੈੱਕ ਫੜਿਆ ਇਸ ਤੋਂ ਪਹਿਲਾਂ ਕਿ ਕੁਝ ਉਸ ਨਾਲ ਵੀ ਕਬੂਲ ਬੋਲਦਾ, ਉਹਨੇ ਦੇਖਿਆ ਥੱਲੇ ਸਾਈਨ ਕੀਤੇ ਹੋਏ ਸਨ,
ਲਿਖਿਆ ਸੀ ਜੌਨ ਡੀ ਰੌਕਫੈਲਰ। ਇਤਿਹਾਸ ਵਿੱਚ ਦੁਨੀਆ ਦਾ ਸਭ ਤੋਂ ਅਮੀਰ ਆਦਮੀ, ਤੇ ਇੰਜ ਸਾਹਮਣੇ ਪ੍ਰਤੱਖ ਖੜਾ। ਤੇ ਜ਼ਿੰਦਗੀ ਦੇ ਕਿਸ ਮੋੜ ਤੇ ਜਦੋਂ ਉਹ ਜ਼ਿੰਦਗੀ ਸਮਾਪਤ ਕਰਨ ਵੱਲ ਤੁਰਿਆ ਤਾਂ ਕੀ ਰੱਬ ਵੀ ਇਸ ਸ਼ਕਲ 'ਚ ਬੌੜ ਗਿਆ? ਹੈਰਾਨ ਸੀ, ਸੋਚਦਾ ਰਿਹਾ ਕਿੰਨਾ ਕੋਸਿਆ ਸੀ ਮੈਂ ਰੱਬ ਨੂੰ, ਤੇ ਉਸਨੇ ਕਿੰਨਾ ਕਮਾਲ ਕੀਤਾ ਏ ਕਿ ਅਜਿਹੇ ਮੌਕੇ ਮੈਨੂੰ ਇੰਨਾ ਬੇਸ਼ਕੀਮਤੀ ਚੈੱਕ ਦਿੱਤਾ ਜਿਸ ਨਾਲ ਸ਼ਾਇਦ ਮੈਂ ਨਵੀਂ ਜ਼ਿੰਦਗੀ ਜੀ ਸਕਦਾ। ਜਿੱਥੇ ਕੁਝ ਪਲ ਪਹਿਲਾਂ ਰੱਬ ਨੂੰ ਕੋਸਦਾ, ਹੁਣ ਰੱਬ ਅੱਗੇ ਅਰਦਾਸਾਂ ਕਰਦਾ, ਧੰਨਵਾਦ ਕਰਨ ਲੱਗ ਗਿਆ। ਫਿਰ ਉਸਨੇ ਝਾਕਿਆ ਉਸੇ ਬਜ਼ੁਰਗ ਵੱਲ, ਪੈਰੀਂ ਡਿੱਗਣ ਨੂੰ ਪਿਆ ਕਿ ਇੰਨਾ ਵੱਡਾ ਆਦਮੀ ਤੇ ਇਸ ਤਰੀਕੇ ਮੇਰੇ ਕੋਲ ਆਇਆ। ਤਾਂ ਜੌਨ ਡੀ ਰੌਕਫੈਲਰ ਉਸਨੂੰ ਕਹਿਣ ਲੱਗਾ, ਨਾ ਨਾ ਪੈਰੀਂ ਨਾ ਪੈ, ਮੈਂ ਭੀਖ ਨਹੀਂ ਦਿੱਤੀ, ਚੇਤੇ ਰੱਖੀ ਕਰਜ਼ ਏ। ਉਮੀਦ ਕਰਦਾ ਕਿ ਤੂੰ ਇਸ ਪੈਸੇ ਨੂੰ ਠੀਕ ਤਰੀਕੇ ਵਰਤੇਂਗਾ। ਇਹ ਥਾਂ ਚੇਤੇ ਕਰ, ਯਾਦ ਰੱਖੀ ਇਸੇ ਥਾਂ ਆਪਾਂ ਅੱਜ ਤੋਂ 1 ਸਾਲ ਬਾਅਦ ਮਿਲਾਂਗੇ ਤੇ ਮੈਂ ਇਹ ਚੈੱਕ ਵਾਪਸ ਲਵਾਂਗਾ। ਸੋ ਤੂੰ ਉਨੇ ਕੁ ਪੈਸੇ ਵਰਤੀ ਜਿੰਨੇ ਕੁ ਤੈਨੂੰ ਲੋੜ ਏ, ਤੇ ਬਾਕੀ ਕਮਾਈ ਰਾਹੀਂ ਫਿਰ ਵਾਪਸ ਮੈਨੂੰ ਮੋੜਨੇ ਜ਼ਰੂਰ ਨੇ। ਉਹ ਬੰਦੇ ਨੇ ਜਿਸਨੂੰ ਰੱਬ ਵੀ ਬੌੜਿਆ ਜਾਪਿਆ ਸੀ, ਧੰਨਵਾਦ ਖਰੇ ਕਿੰਨੀ ਕੁ ਵਾਰ ਕੀਤਾ, ਖਰੇ ਕਿੰਨੀ ਵਾਰ ਉਹਦੇ ਹੱਥ ਚੁੰਮੇ ਤੇ ਝੂਮਦਾ ਹੋਇਆ ਵਾਪਸ ਤੁਰਿਆ। ਕਮਾਲ ਹੀ ਹੋ ਗਿਆ। ਜ਼ਿੰਦਗੀ ਇੱਕਦਮ ਜੋ ਨੀਰਸ ਹੋ ਗਈ ਸੀ, ਫਿਰ ਰੰਗ ਬਿਰੰਗੀ ਹੋਈ ਜਾਪੀ। ਵਾਪਸ ਘਰ ਮੁੜਿਆ, ਰਾਹ ਵਿੱਚ ਸੋਚਦਾ ਰਿਹਾ, ਮੋੜਨੇ ਤਾਂ ਮੈਂ ਹਾਨੀ, ਇੱਕ ਵਾਰ, ਸਿਰਫ ਇੱਕ ਵਾਰ ਇੱਕ ਨਵੀਂ ਟਰਾਇਲ ਕਰ ਵੇਖਾਂ। ਹੁਣ ਘਰ ਹੈ ਤਾਂ ਬਸ ਚੱਲਿਆ ਹੀ ਏ, ਤਾਂ ਇਹਨੂੰ ਕਿਉਂ ਨਾ ਵੇਚ ਕੇ ਥੋੜ੍ਹੇ ਜਿਹੇ ਪੈਸੇ ਲੈ ਕੇ ਇੱਕ ਹੰਭਲਾ ਮਾਰ ਕੇ ਆਖਰੀ ਵੇਖਾਂ ਤਾਂ ਸਹੀ ਕਿ ਮੈਂ ਕੁਝ ਆਪ ਕਰ ਸਕਦਾ। ਇਹ ਤਾਂ ਪੈਸੇ ਹਾਨੀ, ਇਹ ਤਾਂ ਮੈਂ ਵਰਤ ਕਦੇ ਵੀ ਸਕਦਾ। ਬੈਂਕ ਗਿਆ, ਉਹ ਚੈੱਕ ਲੋਕਰ ਵਿੱਚ ਰੱਖ ਦਿੱਤਾ। ਜਿੰਨੇ ਕੁ ਪੈਸੇ ਉਹਨੂੰ ਵੇਚ ਕੇ ਉੱਥੋਂ ਮਿਲੇ, ਉਹਨੇ ਕਾਰੋਬਾਰ ਵਿੱਚ ਸ਼ੁਰੂ ਕੀਤਾ। ਜੋ ਵੀ ਲਾਇਆ ਪੈਸਾ, ਉਹਨੇ ਵੇਖਿਆ ਹਫ਼ਤੇ ਕੁ ਦੇ ਵਿੱਚ ਉਸਨੂੰ ਕੁਝ ਕੁ ਫਾਇਦਾ ਹੋਇਆ। ਇੱਕ ਹਫ਼ਤਾ ਹੋਰ ਇਸੇ ਤਰ੍ਹਾਂ ਲੱਗਿਆ ਰਿਹਾ, ਕੁਝ ਹੋਰ ਫਾਇਦਾ ਹੋਇਆ। ਦੁੱਗਣੀ ਮਿਹਨਤ ਕੀਤੀ, ਦਿਸਿਆ ਕਿ ਫਾਇਦਾ ਵੱਧ ਰਿਹਾ। ਇੰਜ ਕਰਦੇ ਕਰਾਉਂਦੇ 6 ਮਹੀਨੇ ਲੰਘੇ ਤੇ ਜਿੰਨਾ ਕੁ ਗਵਾਇਆ ਸੀ, ਲਗਭਗ ਉਸ ਤੋਂ ਦੁੱਗਣਾ ਉਹਨੂੰ ਹਾਸਲ ਹੋ ਗਿਆ ਸੀ। ਹੌਲੀ-ਹੌਲੀ 9 ਮਹੀਨੇ ਲੰਘੇ, ਉਹਦਾ ਘਰ ਵੀ ਵਾਪਸ, ਉਹਦੀ ਫੈਕਟਰੀ ਵੀ ਵਾਪਸ, ਸਭ ਕੁਝ ਉਹਨੇ ਵਾਪਸ ਲੈ ਲਿਆ। ਬਿਜ਼ਨਸ ਚੰਗਾ ਚੱਲ ਗਿਆ। ਅਖੀਰ 11 ਮਹੀਨੇ ਲੰਘੇ। ਖੁਸ਼ੀ ਨਾਲ ਚਹਿਕਦਾ ਟਹਿਕਦਾ ਕਹਿਣ ਲੱਗਾ, ਜੌਨ ਡੀ ਰੌਕਫੈਲਰ ਹੋਏਗਾ ਆਪਣੇ ਆਪ ਵਿੱਚ ਬਹੁਤ ਵੱਡਾ ਇਨਸਾਨ, ਪਰ ਮੈਂ ਵੀ ਕੁਝ ਘੱਟ ਨਹੀਂ। ਪਤਾ ਕਿਉਂ? ਮੈਂ ਉਹਦਾ $1,00,000 ਠੋਕਰ ਤੇ ਰੱਖਿਆ, ਮੈਂ ਨਹੀਂ ਵਰਤਿਆ। ਉਹ ਵੀ ਕੀ ਯਾਦ ਕਰੇਗਾ ਕਿਹਦੇ ਨਾਲ ਵਾਹ ਪਿਆ। ਮੈਂ ਜਾਵਾਂਗਾ ਵਾਪਸ ਤੇ ਉਹਨੂੰ ਇਸੇ ਤਰ੍ਹਾਂ ਹੀ ਚੈੱਕ ਇੰਜ ਹੀ ਮੋੜ ਕੇ ਕਵਾਂਗਾ, ਲੈ ਫੜ, ਤੇਰਾ ਕਰਜ਼ ਮੇਰੇ ਤੇ ਚੜਿਆ ਹੀ ਨਹੀਂ, ਮੈਂ ਤੇ ਸਾਰਾ ਕੁਝ ਆਪਣੀ ਮਿਹਨਤ ਨਾਲ ਹਾਸਲ ਕਰ ਲਿਆ। ਚਾਅ ਹੀ ਚੜਿਆ ਪਿਆ ਸੀ, ਕਦੋਂ ਹੋਏਗਾ ਉਹ ਸਾਲ ਪੂਰਾ, ਕਦੋਂ ਮੈਂ ਪਹੁੰਚਾਂਗਾ। ਅਖੀਰ ਉਹ ਦਿਨ ਵੀ ਆਇਆ। ਪੂਰਾ ਤਿਆਰ ਹੋ ਕੇ ਲਿਸ਼ਕ ਪੁਸ਼ਕ ਕਰ ਪਹੁੰਚ ਗਿਆ ਉਸੇ ਥਾਂ, ਉਸੇ ਬੈਂਚ ਦੇ ਕੋਨੇ ਤੇ ਉਡੀਕਦਾ ਸੀ ਰੌਕਫੈਲਰ ਨੂੰ।
ਉਹੀ ਫੜਫੜਾਉਂਦਾ ਹੋਇਆ ਚੈੱਕ ਇਸੇ ਤਰ੍ਹਾਂ ਮੋੜ ਦੇਣ ਲਈ। ਕਦੇ ਸੱਜੇ ਵੇਖੇ ਕਦੇ ਖੱਬੇ ਵੇਖੇ, ਟਾਈਮ ਹੀ ਨਾ ਲੰਘੇ, ਉਹ ਕਦੋਂ ਆਏਗਾ ਰੌਕਫੈਲਰ। ਅਖੀਰ ਦੂਰੋਂ ਉਸਨੇ ਤੁਰਦਾ ਆਉਂਦਾ ਵੇਖਿਆ, ਉਹੀ ਬੰਦਾ ਸੀ, ਪਛਾਣ ਲਿਆ। ਇੰਨਾ ਖੁਸ਼ ਸ਼ਾਇਦ ਉਹ ਜ਼ਿੰਦਗੀ 'ਚ ਕਦੇ ਨਹੀਂ ਸੀ, ਕਿਉਂਕਿ ਉਹਨੂੰ ਲੱਗਦਾ ਸੀ ਅੱਜ ਮੈਂ ਅਜਿਹਾ ਚੀਜ਼ ਕਰਨ ਲੱਗਿਆ ਜਿਹੜਾ ਅਮੀਰ ਦੁਨੀਆ ਦਾ ਸਭ ਤੋਂ ਬੰਦਾ ਸੋਚ ਵੀ ਨਹੀਂ ਸਕਦਾ ਕਿ ਉਹਨੂੰ ਇੰਜ ਬੇਰੰਗ ਚੈੱਕ ਵਾਪਸ ਮੋੜ ਦੇਣਾ। ਜਿਉਂ ਹੀ ਉਹ ਥੋੜਾ ਜਿਹਾ ਨੇੜੇ ਆਉਣ ਨੂੰ ਹੋਇਆ ਤਾਂ ਇਸ ਬਿਜ਼ਨਸਮੈਨ ਨੇ ਦੇਖਿਆ ਪਿੱਛੋਂ ਇੱਕ ਟਾਰਾਂ ਮਾਰਦੀ ਜ਼ੋਰ ਕੂਕਦੀ ਇੱਕ ਨਰਸ ਭੱਜੀ ਆਉਂਦੀ ਸੀ। ਉਹ ਉੱਚੀ ਉੱਚੀ ਚੀਕ ਰਹੀ ਸੀ, ਫੜੀ ਜ਼ਰਾ, ਫੜੀ ਫੜੀ। ਉਹਨੇ ਬਿਜ਼ਨਸਮੈਨ ਵੇਖੇ, ਕਿਹਨੂੰ ਕਹਿ ਰਹੀ ਹੈ ਫੜੀ ਇਸ ਪੂਰੇ ਬਗੀਚੇ ਵਿੱਚ? ਜਾਂ ਮੈਂ ਆ ਜਾਂ ਰੌਕਫੈਲਰ ਹੈ, ਤੇ ਜਾਂ ਇਹ ਬੀਬੀ ਕੂਕਦੀ ਆਉਂਦੀ ਹੈ ਫੜੀ। ਫੜਾ ਕਿਸ ਨੂੰ? ਉਹਨੇ ਆਸ-ਪਾਸ ਫਿਰ ਚੁਫੇਰੇ ਦੇਖਿਆ, ਨਾ ਬੰਦਾ ਨਾ ਬੰਦੇ ਦੀ ਜ਼ਾਤ। ਉਹ ਫਿਰ ਜ਼ੋਰ ਦੀ ਉੱਚੀ ਉੱਚੀ ਕਹਿਣ ਲੱਗੀ, ਉਹ ਤੈਨੂੰ ਸੁਣਦਾ ਨਹੀਂ? ਫੜ, ਦੌੜ ਨਾ ਜਾਏ, ਜਲਦੀ ਫੜ। ਇਹਨੂੰ ਲੱਗਿਆ ਵੀ ਸ਼ਾਇਦ ਉਹ ਸਨਕੀ ਏ ਜਾਂ ਪਾਗਲ ਹੋਣੀ ਏ, ਕਿਸ ਤਰੀਕੇ ਚੀਕਾਂ ਮਾਰੀ ਜਾਂਦੀ ਹੈ, ਕੋਈ ਬੰਦਾ ਤਾਂ ਹੈ ਹੀ ਨਹੀਂ, ਫੜਾਂ ਕਿਹਨੂੰ? ਇੰਨੇ ਨੂੰ ਰੌਕਫੈਲਰ ਉਹਦੇ ਨੇੜੇ ਪਹੁੰਚ ਗਿਆ। ਇਸ ਤੋਂ ਪਹਿਲਾਂ ਕਿ ਉਹ ਚੈੱਕ ਜੋ ਫੜ ਕੇ ਉਹਨੂੰ ਕਹਿਣਾ ਸੀ, ਜੋ ਵੀ ਕੁਛ, ਜੋ ਅਰਮਾਨ ਲੈ ਕੇ ਉਹ ਬੈਠਾ ਸੀ, ਇਸ ਤੋਂ ਪਹਿਲਾਂ ਕਿ ਉਹਦੇ ਹੱਥ ਵਿੱਚ ਫੜਾਉਂਦਾ ਚੈੱਕ, ਉਹ ਨਰਸ ਨੇ ਆ ਕੇ ਉਹਨੂੰ ਜੱਫਾ ਮਾਰਿਆ ਜ਼ੋਰ ਦੀ ਪਿਛਲੇ ਪਾਸਿਓਂ, ਤੇ ਕਬੂਲ ਬੋਲਣ ਲੱਗੀ ਉਸ ਬੰਦੇ ਨੂੰ, ਬਿਜ਼ਨਸਮੈਨ ਨੂੰ, ਉਹ ਤੈਨੂੰ ਸੁਣਦਾ ਨਹੀਂ? ਬੋਲਾਂ ਕੀ? ਮੈਂ ਕਦੋਂ ਦੀ ਟਾਰਾਂ ਮਾਰੀ ਜਾਂਦੀ ਹਾਂ ਵੀ ਫੜ ਲੈ, ਤੂੰ ਫੜ ਕਿਉਂ ਨਹੀਂ ਰਿਹਾ? ਉਹ ਹੈਰਾਨ ਹੋ ਕੇ ਉਹਨੂੰ ਵੇਖਦਾ ਸੀ। ਉਹ ਦੁਨੀਆ ਦਾ ਸਭ ਤੋਂ ਅਮੀਰ ਜ਼ਾਦਾ, ਤੂੰ ਇਹਨੂੰ ਜੱਫਾ ਮਾਰੀ ਜਾਂਦੀ ਹੈ, ਕਮਲੀ ਤਾਂ ਨਹੀਂ? ਕਿਉਂ ਫੜਦੀ ਪਈ ਹੈ ਇਹਨੂੰ? ਉਹ ਨਰਸ ਕਹਿਣ ਲੱਗੀ, ਭਾਈ ਸਾਹਿਬ ਤੁਹਾਨੂੰ ਇਹਨੇ ਇਹ ਤਾਂ ਨਹੀਂ ਕਹਿ ਦਿੱਤਾ ਇਹ ਰੌਕਫੈਲਰ ਹੈ? ਉਹ ਹੈਰਾਨ ਹੋਇਆ ਤੇ ਕਹਿਣ ਲੱਗਾ, ਕਹਿ ਦਿੱਤਾ ਮਤਲਬ? ਮੇਰੇ ਕੋਲ ਤੇ ਇਹਦਾ ਚੈੱਕ ਵੀ ਹੈ, ਬਿਲਕੁਲ ਇਹ ਰੌਕਫੈਲਰ ਹੈ। ਨਰਸ ਨੇ ਮੱਥੇ ਤੇ ਹੱਥ ਮਾਰਿਆ, ਕਹਿਣ ਲੱਗੀ, ਇਹ ਪਾਗਲ ਹੈ, ਮੈਂ ਪਾਗਲਖਾਨੇ ਦੀ ਨਰਸ ਹਾਂ। ਇਹ ਹਰ ਵਾਰ ਦੌੜ ਜਾਂਦਾ, ਜਦੋਂ ਹੀ ਰੱਤੀ ਮਾਸਾ ਪਿੱਠ ਮੋੜੋ ਇਹ ਨਿਕਲਣ ਦੀ ਕਰਦਾ, ਤੇ ਜਿਹੜਾ ਵੀ ਟੱਕਰੇ ਉਹਨੂੰ ਕਹਿ ਦਿੰਦਾ, ਮੈਂ ਜੌਨ ਡੀ ਰੌਕਫੈਲਰ ਹਾਂ। ਆ ਚੈੱਕ ਬੁੱਕ ਜਿਹੀ ਪਾਈ ਫਿਰਦਾ, ਟਕੇ ਜੋਗਾ ਨਹੀਂ ਹੈ ਚੈੱਕ, ਐਵੇਂ ਹੀ ਸਾਈਨ ਕਰਕੇ ਫੜਾਈ ਜਾਂਦਾ। ਤੇ ਦੱਸੋ ਕੀ ਕਰੀਏ, ਮੈਂ ਤੇ ਤੰਗ ਆ ਚੁੱਕੀ ਹਾਂ। ਉਹ ਬਿਜ਼ਨਸਮੈਨ ਉੱਥੇ ਖੜਾ ਇੰਜ ਸੀ ਜਿਵੇਂ ਜ਼ਮੀਨ ਵਿੱਚ ਗੱਡਿਆ ਗਿਆ ਹੋਵੇ। ਉਹਨੂੰ ਸਮਝ ਨਹੀਂ ਆ ਰਹੀ ਸੀ ਕੀ ਵਾਪਰਿਆ। ਇੱਕ ਅਜਿਹਾ ਕਾਗਜ਼ ਦਾ ਟੁਕੜਾ ਕਿਸੇ ਕੰਮ ਦਾ ਨਹੀਂ ਸੀ, ਪਰ ਉਹ ਕਾਗਜ਼ ਦੇ ਟੁਕੜੇ ਨੇ ਉਸਦੇ ਮਨ ਅੰਦਰਲੇ ਕਿਸੇ ਕੋਨੇ ਨੂੰ ਟੋਇਆ ਸੀ। ਉਹ ਕੋਨਾ ਜਿਸ ਨੇ ਉਹਨੂੰ ਆਪਣੀ ਹਿੰਮਤ ਬਖਸ਼ ਦਿੱਤੀ ਸੀ। ਕਾਕਾ ਉੱਠ, ਕੰਮ ਕਰ, ਹਿੰਮਤ ਕਰ, ਕਿਰਤ ਕਰ। ਤੇ ਉਹ ਸੋਚ ਜੋ ਉਸਦੇ ਮਨ ਨੇ ਤਗੜੇ ਤਰੀਕੇ ਉਹਨੂੰ ਖੜਾ ਕਰਕੇ ਇਸ ਹਾਲ ਤੇ ਅੱਜ ਲਿਆ ਧਰਿਆ ਸੀ ਕਿ ਖੁਦਕੁਸ਼ੀ ਕਰਦਾ ਬੰਦਾ ਅੱਜ ਆਪਣੀ ਅਣਖ ਨਾਲ ਸਿਰ ਉੱਚਾ ਚੁੱਕ ਕੇ ਖੜਾ ਸੀ, ਇੱਕ ਰੱਦੀ ਕਾਗਜ਼ ਦਾ ਟੁਕੜਾ। ਪਰ ਉਹਦੇ ਅੰਦਰ ਇੰਨਾ ਕੁਝ ਸਮਝਣ ਲਈ ਜੋ ਉਸਨੇ ਸਮਝਿਆ ਸ਼ਾਇਦ ਸਾਡੇ ਲਈ ਵੀ ਹੈ। ਜ਼ਿੰਦਗੀ 'ਚ ਬੜੇ ਮੌਕੇ ਆਉਂਦੇ ਨੇ ਜਦੋਂ ਲੱਗਦਾ ਕੁਝ ਵੀ ਨਹੀਂ ਬਚਿਆ, ਸਭ ਕੁਝ ਟਹਿ ਟੇਰੀ ਹੈ, ਖਤਮ ਹੋ ਚੱਲਿਆ, ਪਰ ਅਖੀਰ ਇੱਕ ਰੰਗ ਬਚਿਆ ਹੁੰਦਾ ਜੀ ਤੁਹਾਡੇ ਮਨ ਅੰਦਰ, ਉਹ ਖੇੜੇ ਦਾ ਕੋਨਾ ਜਿਹਨੂੰ ਤੁਸੀਂ ਢੱਕ ਦਿੱਤਾ ਹੁੰਦਾ ਏ ਝਮੇਲਿਆਂ ਦੇ ਵਿੱਚ। ਰਤਕ ਪਰਦਾ ਖਿਸਕਾਉਣ ਦੀ ਲੋੜ ਹੁੰਦੀ, ਬਸ ਮਾੜੀ ਜਿਹੀ ਜ਼ਰਾ ਜਿਹੀ ਹਿੰਮਤ, ਇੱਕ ਕਦਮ ਪੁੱਟਣ ਦੀ। ਜ਼ਿੰਦਗੀ ਬੜੀ ਖੂਬਸੂਰਤ ਅੱਗੇ ਦਿਸਦੀ ਏ, ਰੰਗ ਬਿਰੰਗੀ, ਪਰ ਇਹ ਹਿੰਮਤ ਅਸੀਂ ਆਪ ਕਰਨੀ ਹੈ। ਜਦੋਂ ਆਖਰੀ ਟਹਿ ਟੇਰੀ ਹੁੰਦਾ ਸਮਾਂ ਆਏ, ਬਸ ਇੱਕੋ ਹੀ ਛੜੱਪਾ, ਇੱਕੋ ਹੀ ਪੈਰ, ਹਿੰਮਤ ਭਰਿਆ, ਤੇ ਫਿਰ ਵੇਖੋ
ਨਵਾਂ ਆਗਾਜ਼ ਕਿਵੇਂ ਹੁੰਦਾ ਜੇ। ਧੰਨਵਾਦ।